ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਮੰਡੇ ਮਾਰਨਿੰਗ ਤੇ ਸ਼ੁਰੂਆਤ ਆ ਕੁਆਟਰ 4 ਦੀ, ਫੋਰਥ ਕੁਆਟਰ ਆਫ ਦ ਈਅਰ। ਤੇ ਜਦੋਂ ਵੀ ਕੁਆਟਰ ਸ਼ੁਰੂ ਹੁੰਦਾ ਨਵਾਂ ਸਾਲ ਦੇ ਵਿੱਚ, ਉਹਦਾ ਮਤਲਬ ਇੱਕੋ ਹੀ ਆ ਕਿ ਅਰਨਿੰਗਸ ਰਿਪੋਰਟਸ ਗੋਇੰਗ ਟੂ ਸਟਾਰਟ ਰਿਲੀਜ਼ਿੰਗ। ਸੋ ਜਿੰਨੀਆਂ ਵੀ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਆ, ਉਹ ਐਵਰੀ ਕੁਆਟਰਲੀ ਆਪਣੇ ਇਨਵੈਸਟਰਸ ਨੂੰ ਦੱਸਦੀਆਂ ਆ ਕਿ ਇਹ ਸਾਡੀ ਕੰਪਨੀ ਨੇ ਇੰਨਾ ਬਿਜ਼ਨਸ ਕੀਤਾ ਆ, ਸਾਡੀ ਕੰਪਨੀ ਨੇ ਇੰਨੇ ਪ੍ਰੋਫਿਟ ਕਮਾਏ, ਇੰਨਾ ਲਾਸ ਕਮਾਇਆ। ਸੋ ਇਸ ਕਰਕੇ ਅਰਨਿੰਗਸ ਜਿਹੜੀਆਂ ਆ ਬਹੁਤ ਇੰਪੋਰਟੈਂਟ ਹੋ ਜਾਂਦੀਆਂ, ਕਿਉਂਕਿ ਇਨਵੈਸਟਰਾਂ ਦਾ ਇੰਟਰਸਟ ਉਸੇ ਗੱਲ ਨਾਲ ਕੰਪਨੀ ਦੇ ਵਿੱਚ ਰਹਿੰਦਾ ਜੇ ਕੰਪਨੀ ਗੁੱਡ ਗਰੋਥ ਦਿੰਦੀ ਆ, ਜੇ ਕੰਪਨੀ ਦੀ ਹੋਪ ਗੁੱਡ ਆ ਲੌਂਗ ਟਰਮ ਦੇ ਵਿੱਚ। ਸੋ ਦਿਸ ਇਜ਼ ਵਾਈ ਜਿਹੜੀਆਂ ਅਰਨਿੰਗਸ ਆ, ਮੈਂ ਹਮੇਸ਼ਾ ਜ਼ੋਰ ਦਿੰਦਾ ਹੁੰਦਾ, ਅਰਨਿੰਗਸ ਇਜ਼ ਦ ਬੈਸਟ ਸੀਜ਼ਨ ਟੂ ਮੇਕ ਮਨੀ ਇਨ ਇਨਵੈਸਟਮੈਂਟ ਮਾਰਕੀਟ। ਪਰ ਬਹੁਤ ਵਾਈਜ਼ਲੀ ਇਨਵੈਸਟ ਕਰਨਾ ਪੈਂਦਾ। ਇਹ ਨਹੀਂ ਕਿ ਹਰ ਇੱਕ ਕੰਪਨੀ ਅਰਨਿੰਗ ਰਿਲੀਜ਼ ਕਰਦੀ ਆ ਤਾਂ ਉਹਦੇ ਸ਼ੇਅਰ ਸੇਮ ਤਰੀਕੇ ਨਾਲ ਹੀ ਰਿਐਕਟ ਕਰਦੇ। ਨੋ, ਦੇਰ ਇਜ਼ ਅ ਡਿਫਰੈਂਟ ਵੇ ਟੂ ਥਿੰਕ ਡਿਫਰੈਂਟਲੀ ਫॉर ਐਵਰੀ ਈਚ ਕੰਪਨੀ ਆ। ਸੋ ਬੇਸਿਕਲੀ ਜਦੋਂ ਅਰਨਿੰਗ ਰਿਲੀਜ਼ ਹੁੰਦੀ ਆ, ਸਾਨੂੰ ਕੰਪਨੀ ਦੀ ਜਨਰਲ ਹੈਲਥ ਦਾ ਪਤਾ ਲੱਗਦਾ, ਸਾਨੂੰ ਪਤਾ ਲੱਗਦਾ ਕਿ ਕੰਪਨੀ ਦੇ ਪ੍ਰੋਫਿਟ ਮਾਰਜਨ ਕਿੰਨਾ ਆ, ਕੰਪਨੀ ਦੇ ਖਰਚੇ ਕਿੰਨੇ ਵਧੇ ਆ। ਸੋ ਉਹਦੇ ਨਾਲ ਜਦੋਂ ਤੁਸੀਂ ਕਿਸੇ ਵੀ ਕੰਪਨੀ ਦੇ ਵਿੱਚ ਇਨਵੈਸਟ ਕਰਦੇ ਆ, ਤੁਹਾਨੂੰ ਇਹ ਹੁੰਦਾ ਕਿ ਤੁਹਾਡੀ ਇਨਵੈਸਟਮੈਂਟ ਸਿਕਿਉਰ ਆ, ਬਿਕੋਜ਼ ਕੰਪਨੀ ਇਜ਼ ਡੂਇੰਗ ਵੈਲ। ਤੇ ਸੇਮ ਟਾਈਮ ਉਸ ਅਰਨਿੰਗ ਦੇ ਨਾਲ ਨਾਲ ਉਹਨਾਂ ਦੀ ਜਿਹੜੇ ਫਿਊਚਰ ਪਲਾਨਸ ਹੁੰਦੇ ਆ ਉਹ ਵੀ ਰਿਲੀਜ਼ ਹੁੰਦੇ ਆ। ਇਹਨਾਂ ਦੇ ਫਾਈਨੈਂਸ਼ੀਅਲ ਟਾਰਗੇਟਸ ਕੀ ਆ ਉਹ ਵੀ ਰਿਲੀਜ਼ ਹੁੰਦੇ ਆ, ਜਾਂ ਇਹਨਾਂ ਦੇ ਕੰਜ਼ਿਊਮਰ ਟਾਰਗੇਟਸ ਕੀ ਆ। ਸੋ ਹਰ ਇੱਕ ਰਿਪੋਰਟ ਜਿਹੜੀ ਆ ਡਿਟੇਲ ਦੇ ਵਿੱਚ ਰਿਲੀਜ਼ ਹੁੰਦੀ ਹੈ ਜਦੋਂ ਅਰਨਿੰਗ ਸੀਜ਼ਨ ਆਉਂਦਾ ਆ। ਸੋ ਦਿਸ ਇਜ਼ ਵਾਈ ਇਟ ਬਿਕਮਸ ਦ ਮੋਸਟ ਇੰਪੋਰਟੈਂਟ ਟਾਈਮ ਆਫ ਦ ਈਅਰ, ਜਦੋਂ ਅਰਨਿੰਗ ਸੀਜ਼ਨ ਰਿਲੀਜ਼ ਹੁੰਦਾ ਆ। ਐਂਡ ਇਟ ਬਿਕਮਸ ਮੋਰ ਇੰਪੋਰਟੈਂਟ ਦਿਸ ਟਾਈਮ ਬਿਕੋਜ਼ ਕੋਵਿਡ ਤੋਂ ਬਾਅਦ ਆਈ ਥਿੰਕ ਇਹ ਪਹਿਲਾ ਕੁਆਟਰ ਆ ਜਿਹੜਾ ਮੋਸਟ ਆਫ ਦ ਕੰਟਰੀਆਂ ਜਿਹੜੀਆਂ ਸਾਰੀਆਂ ਓਪਨ ਆ ਬਿਜ਼ਨਸ ਲਈ, ਸਾਰੀਆਂ ਇੰਡਸਟਰੀਜ਼ ਬੈਕ ਆਨਲਾਈਨ ਹੋ ਚੁੱਕੀਆਂ ਆ। ਸੋ ਇਸ ਕਰਕੇ ਸਾਰੀਆਂ ਕੰਪਨੀਆਂ ਮੋਸਟਲੀ ਲਿਟਰਲੀ ਫੁੱਲ ਸਕੇਲ ਦੇ ਉੱਤੇ ਹੀ ਕੰਮ ਕਰ ਰਹੀਆਂ ਆ। ਇਫ ਆਮ ਨਾਟ ਸੇਇੰਗ, ਆਈ ਵੁੱਡ ਸੇ ਅਰਾਊਂਡ 90% ਜਿਹੜੀਆਂ ਕੰਪਨੀਆਂ ਆਲ ਓਵਰ ਦ ਵਰਲਡ ਆ ਬੈਕ ਆਨਲਾਈਨ। ਸੋ ਇਹ ਬਹੁਤ ਇੰਪੋਰਟੈਂਟ ਬਣ ਜਾਂਦਾ ਇਹ ਕੁਆਟਰ ਕਿ ਸਾਨੂੰ ਦੇਖੇ ਕਿ ਕੰਪਨੀਆਂ ਦੀ ਹੈਲਥ ਕਿੱਦਾਂ ਦੀ ਆ, ਕਿੱਦਾਂ ਕੰਪਨੀਆਂ ਸਟਰਗਲ ਕਰਕੇ ਕੋਵਿਡ ਦੇ ਵਿੱਚੋਂ ਬਾਹਰ ਆਈਆਂ, ਤੇ ਉਹਨਾਂ ਦੇ ਜਿਹੜੇ ਫਾਈਨੈਂਸ਼ੀਅਲਸ ਆ ਉਹ ਕਿੱਦਾਂ ਉਹਨਾਂ ਨੂੰ ਹੋਪ ਦੇਣਗੇ ਕਿ ਲੌਂਗ ਟਰਮ ਉਹ ਕਿੱਦਾਂ ਰਨ ਹੋਣਗੀਆਂ। ਸੋ ਜਿਨ੍ਹਾਂ ਨੇ ਵੀ ਇਹ ਵੀਡੀਓ ਦੇਖਣੀ ਆ ਉਹ YouTube ਚੈਨਲ ਤੇ ਇੰਸਟਾਗ੍ਰਾਮ ਤੇ ਦੇਖ ਸਕਦੇ ਆ ਫੁੱਲ ਵੀਡੀਓ। ਟਿਕਟੌਕ ਦੇ ਉੱਤੇ ਸਿਰਫ 3 ਮਿੰਟ ਦੀ ਲੋਡ ਕਰ ਸਕਦਾ। ਸੋ ਮੈਂ ਬਾਕੀ ਤੁਹਾਨੂੰ ਦੱਸੂਗਾ ਕਿ ਇਸ ਵੀਕ ਕਿਹੜੀਆਂ ਕਿਹੜੀਆਂ ਕੰਪਨੀ ਦੀਆਂ ਰਿਪੋਰਟਸ ਰਿਲੀਜ਼ ਹੋਣੀਆਂ ਆ। ਜਦੋਂ ਵੀ ਕੋਈ ਵੀ ਅਰਨਿੰਗਸ ਰਿਪੋਰਟ ਰਿਲੀਜ਼ ਹੁੰਦੀ ਆ, ਸੋ ਮਾਰਕੀਟ ਦੇ ਵਿੱਚ ਉਹਦੇ ਵਿੱਚ ਸਵਿੰਗ ਆਉਂਦਾ ਆ ਉਹਨਾਂ ਦੇ ਸ਼ੇਅਰਾਂ ਦੇ ਵਿੱਚ। ਮੋਸਟ ਆਫ ਟਾਈਮ ਜਿਹੜਾ ਕਾਮਨ ਟ੍ਰੈਂਡ ਹੈ, ਜੇ ਕੰਪਨੀਆਂ ਦੇ ਨੰਬਰ ਵਧੀਆ ਹੁੰਦੇ ਆ ਤਾਂ ਕੰਪਨੀਆਂ ਦੇ ਸ਼ੇਅਰ ਵੱਧਦੇ ਆ, ਜੇ ਕੰਪਨੀਆਂ ਦੇ ਨੰਬਰ ਕਿਸੇ ਵੀ ਗੱਲੋਂ ਮਿਸ ਹੁੰਦੇ ਆ ਤਾਂ ਕੰਪਨੀਆਂ ਦੇ ਸ਼ੇਅਰ ਡ੍ਰੌਪ ਹੁੰਦੇ ਆ। ਪਰ ਰੀਸੈਂਟਲੀ ਜਿਹੜਾ ਇਹ ਟ੍ਰੈਂਡ ਆ ਬਹੁਤ ਬ੍ਰੇਕਆਊਟ ਹੋਇਆ ਆ, ਬਿਕੋਜ਼ ਜਿਹੜੀ ਵੱਡੀਆਂ ਵੇਲਸ ਆ, ਸ਼ਾਰਟ ਸੈਲਰਸ ਆ, ਉਹ ਪ੍ਰੋਫਿਟ ਟੇਕਿੰਗ ਬਹੁਤ ਕਰਨ ਲੱਗ ਪਏ ਆ। ਸੋ ਉਹ ਕੀ ਕਰਦੇ ਆ ਕਿ ਉਹ ਪਹਿਲਾਂ ਤੋਂ ਹੀ ਕੰਪਨੀ ਦੇ ਵਿੱਚ ਇਨਵੋਲਵਡ ਹੋ ਜਾਂਦੇ ਆ, ਪਹਿਲਾਂ ਤੋਂ ਹੀ ਉਹਨੂੰ ਜਿਹੜੀ ਡਿਪ ਦੀ ਐਡਵਾਂਟੇਜ ਲੈ ਲੈਂਦੇ ਆ। ਤੇ ਜਦੋਂ ਅਰਨਿੰਗ ਰਿਲੀਜ਼ ਹੋਣੀਆਂ ਹੁੰਦੀਆਂ 1 ਜਾਂ 2 ਦਿਨ ਪਹਿਲਾਂ, 3 ਦਿਨ ਪਹਿਲਾਂ ਉਹ ਨਿਕਲ ਜਾਂਦੇ ਆ, ਤਾਂ ਕਿ ਉਹ ਜਿਹੜਾ ਟੌਪ ਆਫ ਦਾ ਜਿਹੜਾ ਮੋਮੈਂਟਮ ਬਣਿਆ ਉਸ ਕੰਪਨੀ ਦੇ ਵਿੱਚ, ਉਹ ਤੋਂ ਭਾਵੇਂ ਉਹ ਕੰਪਨੀ ਦੇ ਸ਼ੇਅਰ ਉੱਪਰ ਜਾਣ ਥੱਲੇ ਜਾਣ, ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ। ਉਹਨਾਂ ਨੂੰ ਇਹ ਹੁੰਦਾ ਕਿ ਉਹਨਾਂ ਨੇ ਉਸ ਟਾਈਮ ਦੇ ਉੱਤੇ ਪ੍ਰੋਫਿਟ ਬਣਾ ਲਿਆ ਤੇ ਦੇ ਆਰ ਆਲਰੇਡੀ ਗੈਟਿੰਗ ਇਟ ਆਊਟ, ਐਂਡ ਦੈਟ ਕਾਜ਼ਸ ਸਮ ਟਾਈਮ ਕੰਪਨੀ ਦੇ ਫਿਗਰ ਵਧੀਆ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਸ਼ੇਅਰਾਂ ਦੇ ਵਿੱਚ ਕ੍ਰੈਸ਼ ਆਉਂਦਾ, ਬਿਕੋਜ਼ ਪ੍ਰੋਫਿਟ ਟੇਕਿੰਗ ਹੈਪਨਸ। ਜਿਹੜਾ ਪੁਰਾਣਾ ਆਈਡੀਆ ਹੁੰਦਾ ਸੀ ਸਟਾਕ ਮਾਰਕੀਟ ਦਾ, ਲੌਂਗ ਟਰਮ ਇਨਵੈਸਟਮੈਂਟ, ਇਟ ਸਟਿਲ ਐਗਜ਼ਿਸਟ। ਪਰ ਉਹਦੇ ਨਾਲ ਨਾਲ ਜਿਹੜੀਆਂ ਵੱਡੀਆਂ ਕੰਪਨੀਆਂ ਦੇ ਅਡੈਪਟਿੰਗ ਦ ਸ਼ਾਰਟ ਟਰਮ ਮੈਥਡਸ ਨਾਓ, ਜਿਹਦੇ 'ਚ ਉਹ ਥੋੜੇ ਵੀਕਾਂ ਜਾਂ ਥੋੜੇ ਮਹੀਨੇ ਲਈ ਕਿਸੇ ਕੰਪਨੀ 'ਚ ਇਨਵੈਸਟ ਕਰਦੇ ਆ, ਐਂਡ ਦੈਨ ਦੇ ਗੈਟ ਇਟ ਆਊਟ, ਬਿਕੋਜ਼ ਉਹਨਾਂ ਦੀ ਇਨਵੈਸਟਮੈਂਟ ਬਹੁਤ ਵੱਡੀ ਹੁੰਦੀ ਆ। ਇਸ ਕਰਕੇ ਉਹਦੇ ਨਾਲ ਕਈ ਛੋਟੇ ਇਨਵੈਸਟਰਸ ਵੀ ਘੜੀਸੇ ਜਾਂਦੇ ਆ, ਬਿਕੋਜ਼ ਤੁਹਾਨੂੰ ਉਸ ਚੀਜ਼ ਦਾ ਟਾਈਮ ਦੇ ਉੱਤੇ ਪਤਾ ਨਹੀਂ ਲੱਗਦਾ, ਤੇ ਉਹ ਸ਼ੇਅਰਾਂ ਦੀ ਪ੍ਰਾਈਜ਼ਾਂ ਡਿੱਪ ਪੈਣੀਆਂ ਤੇ ਆਪਾਂ ਸੋਚਦੇ ਰਹਿੰਦੇ ਕਿ ਇਹਨਾਂ ਦੀ ਪ੍ਰਾਈਜ਼ਾਂ ਕਿਉਂ ਡਿੱਗੀਆਂ, ਕਿ ਡਿਸਪਾਈਟ ਕੰਪਨੀ ਇਜ਼ ਡੂਇੰਗ ਵੈਰੀ ਵੈਲ। ਪਰ ਜੇ ਤੁਹਾਨੂੰ ਲੱਗਦਾ ਕਿ ਕਦੀ ਤੁਸੀਂ ਇੱਦਾਂ ਦਾ ਟ੍ਰੈਂਡ ਦੇਖੋ ਸ਼ੇਅਰਾਂ ਦੇ ਵਿੱਚ, ਇਟਸ ਆਲਵੇਜ਼ ਹੈਪਨ ਬਿਕੋਜ਼ ਜਿਹੜੀਆਂ ਉਹ ਵੱਡੀਆਂ ਇਨਵੈਸਟਮੈਂਟਸ ਕੰਪਨੀਆਂ ਦੇ ਵਿੱਚ ਕੀਤੀਆਂ ਹੋਈਆਂ ਆ, ਉਹ ਦੇ ਗੈਟਿੰਗ ਇਟ ਆਊਟ, ਦੇ ਟੇਕਿੰਗ ਦੇ ਸ਼ਾਰਟ ਪ੍ਰੋਫਿਟਸ। ਸੋ ਉਹਦੇ ਨਾਲ ਜਿਹੜਾ ਕੰਪਨੀ ਦੇ ਸ਼ੇਅਰਾਂ ਦੇ ਵਿੱਚ ਗਿਰਾਵਟ ਆਉਂਦੀ ਆ। ਪਰ ਇਦਾਂ ਦੀ ਚੀਜ਼ਾਂ ਵਰੀ ਕਰਨ ਲਈ ਨਹੀਂ ਹੁੰਦੀਆਂ, ਬਿਕੋਜ਼ ਜੇ ਕੰਪਨੀ ਇਜ਼ ਡੂਇੰਗ ਵੈਲ ਦੈਨ ਜਸਟ ਹੋਲਡ ਔਨ ਟੂ ਇਟ। ਤੁਹਾਨੂੰ ਆਪਣੇ ਆਪ ਹੀ ਉਹਨਾਂ ਦੀ ਰਿਟਰਨ ਮਿਲੇਗੀ। ਜੇ ਉਹ ਸਟ੍ਰੇਟ ਵੇ ਨਹੀਂ ਮਿਲਦੀ, ਇਟ ਸਮਟਾਈਮ ਇਟ ਕਮਸ ਆਫਟਰ ਫਿਊ ਵੀਕਸ, ਕਈ ਵਾਰ ਥੋੜੇ ਦਿਨਾਂ ਬਾਅਦ ਤੇ ਕਈ ਵਾਰ ਥੋੜੇ ਮਹੀਨਿਆਂ ਬਾਅਦ ਯੂ ਐਂਡ ਅਪ ਗੈਟਿੰਗ ਗੁੱਡ ਰਿਟਰਨਸ। ਸੋ ਇਹ ਪੇਸ਼ੈਂਸ ਬਹੁਤ ਇੰਪੋਰਟੈਂਟ ਹੁੰਦਾ ਇਨਵੈਸਟਮੈਂਟ ਮਾਰਕੀਟ ਦੇ ਵਿੱਚ। ਸੋ ਹੁਣ ਮੈਂ ਤੁਹਾਨੂੰ ਦੱਸੂਗਾ ਕਿ ਇਸ ਵੀਕ ਜਿਹੜੀਆਂ ਟੌਪ ਆਫ ਦਾ ਅਰਨਿੰਗਸ ਜਿਹੜੀਆਂ ਆ ਸਾਰੀਆਂ ਕੰਪਨੀਆਂ ਦੀਆਂ ਕਿਹੜੀ ਦੀਆਂ ਆਉਣੀਆਂ। ਸੋ ਤੁਸੀਂ ਇਹਨਾਂ ਦਾ ਨੋਟ ਕਰ ਸਕਦੇ ਆ, ਜਾਂ ਇਨਵੈਸਟਮੈਂਟ.com ਦੇ ਉੱਤੇ ਜਾ ਕੇ ਉਹਨਾਂ ਦੇ ਅਰਨਿੰਗ ਕੈਲੰਡਰ ਦੇ ਵਿੱਚ ਜਾ ਸਕਦੇ ਆ, ਤੇ ਸਪੌਟ ਕਰ ਸਕਦੇ ਕਿ ਕਿਹੜੀਆਂ ਕੰਪਨੀਆਂ ਤੁਹਾਡੇ ਇੰਟਰਸਟ ਦੇ ਮੁਤਾਬਕ ਆ, ਤੇ ਉਹਨਾਂ ਦੇ ਕਿੱਦਾਂ ਦੇ ਰਿਐਕਸ਼ਨ ਰਹੇ ਆ ਪੁਰਾਣੇ ਟਾਈਮਾਂ ਦੇ ਵਿੱਚ। ਤੇ ਤੁਸੀਂ ਮੇਕ ਅ ਨੋਟ, ਰਾਈਟ ਇਟ ਡਾਊਨ ਔਨ ਦ ਪੇਪਰ, ਡੂ ਯੋਰ ਹੋਮਵਰਕ ਬਿਫੋਰ ਯੂ ਈਵਨ ਡਿਸਾਈਡ ਟੂ ਇਨਵੈਸਟ। ਸੋ ਹੇਅਰ ਆਰ ਦ ਕੰਪਨੀਜ਼। ਸੋ ਆ ਜਿਹੜੀਆਂ ਕੰਪਨੀਆਂ ਨੇ ਇਹ ਸਾਰੀਆਂ ਅੱਜ ਦੀ ਇਹਨਾਂ ਦੀਆਂ ਅਰਨਿੰਗਸ ਆਉਣੀਆਂ।
ਸੋ ਆਈ ਥਿੰਕ ਤੁਸੀਂ ਮਾਰਕੀਟ ਕੈਪ ਦੇ ਹਿਸਾਬ ਨਾਲ ਵੀ ਇਹਦੇ 'ਚ ਦੇਖ ਸਕਦੇ ਆ ਕਿ ਕਿਹੜੀ ਕੰਪਨੀ ਜਿਹਦੀ ਮਾਰਕੀਟ ਕੈਪ ਸਾਰਿਆਂ ਨਾਲੋਂ ਵੱਡੀ ਆ। ਸੋ these are the top ones। 4 ਕੰਪਨੀਆਂ ਜਿਹੜੀਆਂ ਦੀ ਮਾਰਕੀਟ ਕੈਪ ਓਵਰ ਬਿਲੀਅਨ ਆ। JD ਵੈਦਰਸਪੂਨ ਆਈ ਥਿੰਕ ਸਾਨੂੰ ਸਾਰਿਆਂ ਨੂੰ ਪਤਾ ਕੰਪਨੀ ਦਾ ਨਾਂ। ਡਕਹੌਨ ਪੋਰਟਫੋਲੀਓ ਦੈਟਸ ਗੁੱਡ ਵਨ। I never heard this QP Media. James Halstead, I heard that, but don't know much about it. But there are other companies, ਹੋਰ ਵੀ ਬਹੁਤ ਕੰਪਨੀਆਂ ਆ। ਸੋ ਆਹ ਕੰਪਨੀਆਂ ਦੀ ਅਰਨਿੰਗਸ ਜਿਹੜੀਆਂ ਕੱਲ੍ਹ ਨੂੰ ਆਉਣੀਆਂ ਆ। ਪੈਪਸੀਕੋ ਜਿਹੜੀ ਸਾਰਿਆਂ ਨਾਲੋਂ ਵੱਡੀ ਆ। ਗ੍ਰੈਗਸ ਅਨਦਰ ਵਨ UK ਦੀ ਕੰਪਨੀ ਆ। ਇਹ ਕੰਪਨੀ ਆਈ ਥਿੰਕ ਦੇ ਬੀਨ ਡੂਇੰਗ ਵੈਲ ਈਵਨ ਡਿਸਪਾਈਟ ਪੈਂਡੈਮਿਕ ਐਜ਼ ਵੈਲ। ਉਹਨਾਂ ਨੇ ਕਾਫੀ ਗੁੱਡ ਕੀਤਾ, ਪਰ ਇਹਨਾਂ ਨੇ ਰੀਸੈਂਟਲੀ ਕਾਫੀ ਸਟੋਰ ਵੀ ਕਲੋਜ਼ ਕੀਤੇ ਆ। ਪਰ ਅਗੇਨ ਇਹ ਕੰਪਨੀ ਦੀ ਗਰੋਥ ਗੁੱਡ ਆ। ਸੋ ਦੇਰ ਆਰ ਕੁਆਇਟ ਲੋਟ ਆਫ ਕੰਪਨੀਜ਼ ਐਕਚੁਅਲੀ ਇਸ ਵੀਕ ਜਿਨ੍ਹਾਂ ਦੀਆਂ ਗੁੱਡ ਅਰਨਿੰਗਸ ਆਉਣੀਆਂ। ਸੋ ਆਹ ਬੇਸਿਕਲੀ ਸਾਰੀ ਇਸ ਵੀਕ ਦੀ ਲਿਸਟ ਹੈ ਮੈਂ ਤੁਹਾਨੂੰ ਦਿਖਾਉਣ ਲੱਗਾ। ਸੋ ਤੁਸੀਂ ਆਪਣੇ ਟਾਈਮ ਦੇ ਹਿਸਾਬ ਦੇ ਨਾਲ ਆਪਣੀ ਸਕਰੀਨ ਤੋਂ ਉਹਨੂੰ ਵੱਡਾ ਕਰਕੇ ਦੇਖ ਸਕਦੇ ਹਾਂ। ਸੋ ਇਹਦੇ ਨਾਲ ਕੰਪਨੀ ਦੀ ਵੈਲਿਊਏਸ਼ਨ ਵੀ ਆ। ਲੈ ਜੀਓ। ਸੋ ਮੈਂ ਸ਼ੁਰੂ ਤੋਂ ਰਿਪੋਰਟ ਦਿਖਾਉਣਾ ਤੁਹਾਨੂੰ। ਸੋ ਮੇ ਬੀ ਤੁਹਾਨੂੰ ਜੇ ਤੁਸੀਂ ਲੈਪਟਾਪ ਦੀ ਸਕਰੀਨ 'ਤੇ ਹੋਵੋਗੇ ਦੈਨ ਯੂ ਕੈਨ ਸੀ ਮੋਰ ਬੈਟਰ। ਸੋ ਆਹ ਟਿਊਜ਼ਡੇ ਦੀਆਂ ਕੰਪਨੀਆਂ ਆ। ਆਹ ਵੈਡਨਸਡੇ ਦੀਆਂ ਕੰਪਨੀਆਂ ਆ। ਵੈਡਨਸਡੇ ਟੈਸਕੋ ਵਾਲਿਆਂ ਦੀ ਵੀ ਆਉਣੀ ਆ। ਸੋ ਨੋਰਮਲੀ ਟੈਸਕੋ ਵਾਲਿਆਂ ਨੇ ਜਿਹੜੀ ਰੀਸੈਂਟਲੀ ਸ਼ੇਅਰ ਡਰੋਪ ਹੋਇਆ ਸੀ, ਆਈ ਥਿੰਕ ਇਟ ਵਿਲ ਹੈਲਪ ਦੈਮ ਜੇ ਇਹਨਾਂ ਦੀ, ਕਿਉਂਕਿ ਓਬਵੀਅਸਲੀ ਜਿੰਨੀਆਂ ਵੀ ਜਿਹੜੀਆਂ ਕਸਟਮਰ ਸੈਂਟਰਲ ਕੰਪਨੀਆਂ ਜਿਹੜੀਆਂ ਇਹਨਾਂ ਕੰਪਨੀਆਂ ਨੇ ਕਾਫੀ ਪ੍ਰੋਫਿਟ ਬਣਾਇਆ, ਕਿਉਂਕਿ ਇੱਕ ਪੈਂਡੈਮਿਕ ਦੇ ਬਾਵਜੂਦ ਵੀ ਓਪਨ ਰਹੀਆਂ ਅਤੇ ਆਲਸੋ ਇਹਨਾਂ ਦੇ ਖਰਚੇ ਵੀ ਵਧੇ ਆ। ਸੋ ਦੈਟਸ ਸਮਥਿੰਗ ਇੰਪੋਰਟੈਂਟ ਟੂ ਲੁੱਕ ਇਨਟੂ ਐਜ਼ ਵੈਲ। ਸੋ ਦੈਟਸ ਥਰਸਡੇ ਕਾਫੀ ਵੱਡਾ ਗਰੁੱਪ ਹੈ ਐਜ਼ ਵੈਲ। ਸੋ ਜਦੋਂ ਵੀ ਅਰਨਿੰਗਸ ਦੇ ਵਿੱਚ ਅਸੀਂ ਇੱਦਾਂ ਦੇਖਦੇ ਹਾਂ, ਆਈ ਡੋਂਟ ਪਲੇ ਅਰਨਿੰਗਸ ਫॉर ਐਵਰੀ ਸਿੰਗਲ ਕੰਪਨੀ। ਆਲਵੇਜ਼ ਮੈਂ ਸਿਲੈਕਟ ਕਰਦਾ ਹੁੰਦਾ ਕਿ ਕਿਹੜੀ ਕੰਪਨੀ ਮੈਂ ਜਾਣਦਾ ਹਾਂ ਜ਼ਿਆਦਾ, ਜਿਹੜੀ ਕੰਪਨੀ ਬਾਰੇ ਮੈਂ ਪਹਿਲਾਂ ਵੀ ਰਿਸਰਚ ਕਰ ਚੁੱਕਾ ਹਾਂ। ਅਤੇ ਆਈ ਲੁੱਕ ਐਟ ਦ ਵੈਲਿਊਏਸ਼ਨ, ਲੁੱਕ ਐਟ ਦ ਕੰਪਨੀਜ਼ ਪ੍ਰੋਗਰੈਸ, ਇਹਨਾਂ ਦੇ ਕੀ ਫਿਊਚਰਸ ਨੇ, ਪਲੈਨਸ ਨੇ। ਸੋ ਸਾਰਾ ਕੁਛ ਦੇਖ ਕੇ ਫਿਰ ਉਸ ਕੰਪਨੀ ਦੀਆਂ ਪੁਰਾਣੀਆਂ ਅਰਨਿੰਗਸ ਦੇਖ ਕੇ ਫਿਰ ਦੈਨ ਯੂ ਹੈਵ ਟੂ ਹੈਵ ਆਈਡੀਆ ਕਿ ਸਾਰੀਆਂ ਕੰਪਨੀਆਂ ਪੈਂਡੈਮਿਕ ਤੋਂ ਬਾਹਰ ਆ ਰਹੀਆਂ। ਸੋ ਮਾਈਟ ਵੀ ਸਮ ਕੰਪਨੀ ਸਟਿਲ ਰਿਕਵਰਿੰਗ ਫਰੋਮ ਦੇਅਰ ਲੌਸਿਸ। ਅਤੇ ਕਈ ਕੰਪਨੀਆਂ ਜਿਹੜੀਆਂ ਪੈਂਡੈਮਿਕ ਦੇ ਥਰੂ ਵੀ ਵਰਕਆਊਟ ਕੀਤਾ ਦੈਨ ਦੇ ਵਿਲ ਬੀ ਹੈਵਿੰਗ ਅ ਪਿਓਰ ਪ੍ਰੋਫਿਟਸ ਕਮਿੰਗ ਔਨ ਐਜ਼ ਵੈਲ। ਸੋ ਯਾ ਬਟ ਦੈਨ ਅਗੇਨ ਜਿਹੜੀਆਂ ਕੰਪਨੀਆਂ ਕਈ ਬਲੌਸਮ ਹੋਈਆਂ ਸੀ ਬਿਕੋਜ਼ ਆਫ ਪੈਂਡੈਮਿਕ, ਦੇ ਮਾਈਟ ਵੀ ਲੂਜ਼ਿੰਗ ਮਨੀ, ਕਿਉਂਕਿ ਹੁਣ ਲੋਕੀ ਬਾਹਰ ਨਿਕਲਣ ਲੱਗ ਪਏ ਆ, ਸ਼ੋਪਿੰਗਾਂ ਕਰਨ ਲੱਗ ਪਏ ਆ। ਸੋ ਜਿਹੜੀਆਂ ਔਨਲਾਈਨ ਮੋਸਟਲੀ ਕੰਪਨੀਜ਼ ਜਿਹੜੀਆਂ ਹੁੰਦੀਆਂ ਦੇ ਵਿਲ ਬੀ ਸਫਰਿੰਗ ਬਿਕੋਜ਼ ਆਫ ਲੈਸ ਸੇਲਸ, ਪਰ ਦੈਨ ਨਾਟ ਐਵਰੀ ਔਨਲਾਈਨ ਕੰਪਨੀ, ਕਿਉਂਕਿ ਕਾਫੀ ਔਨਲਾਈਨ ਕੰਪਨੀ ਜਿਨ੍ਹਾਂ ਦੀ ਡਿਮਾਂਡ ਹੈਗੀ ਆ ਮਾਰਕੀਟ ਦੇ ਵਿੱਚ, ਉਹ ਦੇ ਵਿਲ ਬੀ ਕੈਰੀ ਔਨ ਗਰੋਇੰਗ। ਸੋ ਯਾ ਇਹ ਅਰਨਿੰਗਸ ਆ, ਅਰਨਿੰਗ ਸੀਜ਼ਨ ਬਹੁਤ ਇੰਪੋਰਟੈਂਟ ਬਣ ਜਾਂਦਾ ਆ ਇਨ ਟਰਮਸ ਆਫ ਇਟਸ ਦ ਬੈਸਟ ਟਾਈਮ ਫॉर people to make money, and I hope you guys do your homework and get everything on board. Thank you.